ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਇਸ ਟਾਕ ਦਾ ਵਿਸ਼ਾ ਹੈਗਾ ਹਾਊ ਟੂ ਬੀ ਹੈਪੀ ਅਲੋਨ। ਕਿਸੇ ਵਜ੍ਹਾ ਦੇ ਬਿਨਾਂ ਕਿਵੇਂ ਹੈਪੀਨੈਸ ਨੂੰ ਅਟੇਨ ਕਰ ਸਕੀਏ। ਦੇਖੋ, ਸਮਾਜ ਦੇ ਵਿੱਚ ਇੱਕ ਬੜੇ ਸਮੇਂ ਤੋਂ ਇੱਕ ਧਾਰਨਾ ਪ੍ਰਚਲਿਤ ਹੈ ਅਤੇ ਬੜੇ ਕਾਰਨ ਨੇ ਇਸ ਚੀਜ਼ ਦੇ। ਹਰ ਇੱਕ ਇਨਸਾਨ ਸੋਚਦਾ ਹੈ ਕਿ ਸਾਨੂੰ ਹੈਪੀ ਖੁਸ਼ ਹੋਣ ਲਈ ਇੱਕ ਵਜ੍ਹਾ ਹੋਣੀ ਚਾਹੀਦੀ ਹੈ ਜਾਂ ਇੱਕ ਵਜ੍ਹਾ ਹੈਗੀ ਹੈ ਜਿਸ ਨੂੰ ਅਸੀਂ ਲੱਭਣਾ ਅਤੇ ਖੁਸ਼ ਹੋਣਾ। ਅਤੇ ਕਿਤੇ ਨਾ ਕਿਤੇ ਇਹ ਸਾਰੀ ਜ਼ਿੰਦਗੀ, ਜੇ ਇਨਸਾਨ ਰੂਪ ਦੀ ਗੱਲ ਕਰੀਏ ਤਾਂ ਇਹ ਕਦੇ ਵੀ ਸਹੀ ਨਹੀਂ ਹੋਏਗਾ ਕਿ ਇਨਸਾਨ ਸਿਰਫ ਇਹ ਸਾਰੀ ਜ਼ਿੰਦਗੀ ਜਿਹੜੀ ਭੱਜ ਦੌੜ ਆ ਇਹ ਰੋਟੀ ਦੇ ਲਈ ਕਰ ਰਿਹਾ। ਜਾਨਵਰਾਂ ਦੇ ਰੂਪ ਵਿੱਚ ਇਹ ਗੱਲ ਬਿਲਕੁਲ ਸਹੀ ਹੈ ਕਿ ਇੱਕ ਜਾਨਵਰ ਆ ਉਹ ਆਪਣਾ ਖਾਣਾ ਤਲਾਸ਼ ਕਰਨ ਦੇ ਲਈ ਸਾਰੀ ਜ਼ਿੰਦਗੀ ਵਿੱਚ ਭਟਕਦਾ, ਪਰ ਇੱਕ ਇਨਸਾਨ ਦੀ ਭਟਕਣਾ ਖਾਣੇ ਤੋਂ ਬਾਅਦ ਖੁਸ਼ੀ ਤੱਕ ਉਸ ਨੂੰ ਭਟਕਾਉਂਦੀ ਹੈ। ਜਿੰਨਾ ਚਿਰ ਤੱਕ ਉਹਨੂੰ ਚੈਨ ਨਹੀਂ ਮਿਲਦਾ, ਸੈਟਿਸਫੈਕਸ਼ਨ ਨਹੀਂ ਮਿਲਦੀ, ਉਹ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ। ਅਤੇ ਇਸ ਜ਼ਿੰਦਗੀ ਵਿੱਚ ਬਹੁਤ ਇਨਸਾਨ ਨੇ ਜੋ ਆਪਣੇ ਰੋਜ਼ਮर्रा ਦੀ ਜ਼ਿੰਦਗੀ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਕਰ ਲੈਂਦੇ ਨੇ, ਰੋਟੀ ਤਾਂ ਜੁਟਾ ਲੈਂਦੇ ਆ, ਪਰ ਜ਼ਿੰਦਗੀ ਦੇ ਵਿੱਚ ਉਹ ਚੈਨ ਮਹਿਸੂਸ ਨਹੀਂ ਕਰਦੇ। ਇੱਕ ਜਾਨਵਰ ਆ, ਜਦੋਂ ਉਸ ਨੂੰ ਖਾਣਾ ਮਿਲ ਜਾਂਦਾ ਉਹ ਸੰਤੁਸ਼ਟ ਹੋ ਜਾਂਦਾ, ਉਹ ਆਟੋਮੈਟਿਕਲੀ ਰੈਸਟ 'ਤੇ ਚਲੇ ਜਾਂਦਾ ਜਿੰਨਾ ਚਿਰ ਉਸ ਨੂੰ ਨੈਕਸਟ ਭੁੱਖ ਨਹੀਂ ਲੱਗਦੀ। ਪਰ ਇੱਕ ਇਨਸਾਨ ਆ ਜਿਸ ਨੂੰ ਤ੍ਰਿਪਤੀ ਦਾ ਅਹਿਸਾਸ ਨਹੀਂ ਹੁੰਦਾ ਅਤੇ ਉਹ ਜ਼ਿੰਦਗੀ ਭਰ ਸਾਰੀ ਜ਼ਿੰਦਗੀ ਇਸ ਦੀ ਤਲਾਸ਼ ਵਿੱਚ ਭੱਜਾ ਰਹਿੰਦਾ ਜਿਸ ਨੂੰ ਖੁਸ਼ੀ ਕਹਿੰਦੇ ਆ, ਹੈਪੀਨੈਸ ਕਹਿੰਦੇ ਆ। ਅਤੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਰੀ ਜ਼ਿੰਦਗੀ ਦੇ ਵਿੱਚ ਕਿਉਂ ਇੰਨੀ ਭੱਜ ਦੌੜ ਉਹਦੀ ਜ਼ਿੰਦਗੀ 'ਚ ਕਿਉਂ ਆ। ਇਸ ਦੇ ਬਾਰੇ ਹੀ, ਇਸ ਨੂੰ ਹੀ ਅਸੀਂ ਆਧਾਰ ਬਣਾ ਕੇ ਅੱਜ ਦੀ ਟੌਪਿਕ ਨੂੰ ਡਿਸਕਸ ਕਰਾਂਗੇ ਕਿ ਉਹ ਕਿਹੜੇ ਕਾਰਨ ਨੇ ਜਿਹੜੇ ਇਨਸਾਨ ਨੂੰ ਪੂਰੀ ਜ਼ਿੰਦਗੀ ਦੇ ਵਿੱਚ ਭਟਕਣ ਲਈ ਮਜਬੂਰ ਕਰਦੇ ਆ। ਅਸਲ ਵਿੱਚ ਜ਼ਿੰਦਗੀ 'ਚ ਇਨਸਾਨ ਤਲਾਸ਼ ਕੀ ਰਿਹਾ। ਅਤੇ ਜੇ ਕਿਸੇ ਇਨਸਾਨ ਨੂੰ ਪੁੱਛੀਏ ਤਾਂ ਉਹ ਆਪਣੇ ਆਪ ਹੀ ਇਸ ਚੀਜ਼ ਦਾ ਜਵਾਬ ਦਿੰਦਾ ਕਿ ਉਹ ਖੁਸ਼ੀ ਤਲਾਸ਼ ਰਿਹਾ, ਉਸ ਨੂੰ ਖੁਸ਼ੀ ਨਹੀਂ ਮਿਲਦੀ ਅਤੇ ਉਸ ਨੂੰ ਬੇਚੈਨੀ ਹੈ। ਦੇਖੋ, ਉਹ ਸ਼ਬਦ ਬੇਚੈਨੀ ਵਰਤਦਾ ਪਿਆ, ਉਸ ਦਾ ਬੇਚੈਨੀ ਦਾ ਦੂਸਰਾ ਸ਼ਬਦ, ਉਸ ਦਾ ਓਪੋਜਿਟ ਸ਼ਬਦ ਚੈਨ ਆ, ਜਿਸ ਨੂੰ ਅਸੀਂ ਖੁਸ਼ੀ ਕਹਿੰਦੇ ਹਾਂ, ਜਿਸ ਨੂੰ ਸ਼ਾਂਤੀ ਕਹਿੰਦੇ ਹਾਂ। ਅਸਲ ਦੇ ਵਿੱਚ ਸਾਨੂੰ ਕਰੈਕਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਖੁਸ਼ੀ ਸ਼ਬਦ ਆ, ਹੈਪੀਨੈਸ ਸ਼ਬਦ ਆ, ਉਹ ਸਮੇਂ ਦੇ ਵਿੱਚ ਵਿਗੜ ਗਿਆ। ਹੈਪੀਨੈਸ ਅਸੀਂ ਪਲੈਜ਼ਰ ਨੂੰ ਕਹਿੰਦੇ ਹਾਂ ਕਿ ਅਸੀਂ ਉਹ ਸਾਰੀਆਂ ਵਸਤੂਆਂ ਜੋ ਸਾਨੂੰ ਸਮਾਜ ਦੱਸਦਾ ਕਿ ਜੀਵਨ ਵਿੱਚ ਉਸ ਨੂੰ ਧਨ ਦੌਲਤ ਪੈਸਾ ਚਾਹੀਦਾ, ਪੋਜੀਸ਼ਨ ਚਾਹੀਦੀ ਹੈ ਅਤੇ ਤਾਂ ਉਹ ਖੁਸ਼ੀ ਮਹਿਸੂਸ ਕਰੇਗਾ, ਜਦ ਕਿ ਇਹ ਸੱਚਾਈ ਨਹੀਂ ਹੈ। ਇਨਸਾਨ ਨੂੰ ਇਸ ਦੀ ਅਹਿਸਾਸ ਨਾ ਹੁੰਦੇ ਹੋਏ ਉਹ ਜ਼ਿੰਦਗੀ ਭਰ ਆਪਣੀ ਜ਼ਿੰਦਗੀ ਭੱਜਦਾ ਫਿਰਦਾ ਰਹਿੰਦਾ, ਪਰ ਜਦੋਂ ਤੱਕ ਉਸ ਨੂੰ ਸਮਝ ਆਉਂਦੀ ਹੈ, ਉਹ ਸਮਝ ਆਉਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਗੁਜ਼ਰ ਗਿਆ ਹੁੰਦਾ। ਉਸ ਨੂੰ ਸਮਝ ਬਹੁਤ ਲੇਟ ਆਉਂਦੀ ਹੈ ਅਤੇ ਜਦੋਂ ਉਸ ਨੂੰ ਇਹ ਸਮਝ ਲੱਗਦੀ ਹੈ, ਕਿਉਂਕਿ ਉਸ ਨੂੰ ਸਮਝ ਵੀ ਤਾਂ ਆਉਂਦੀ ਜਦੋਂ ਉਸਨੇ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਨੂੰ ਪਾ ਲਿਆ ਹੁੰਦਾ ਜਾਂ ਕਿਸੇ ਹੱਦ ਤੱਕ ਪ੍ਰਾਪਤ ਕਰਕੇ ਵੀ ਉਹ ਬੇਚੈਨੀ ਘਟਦੀ ਨਹੀਂ ਹੈ, ਸਗੋਂ ਵੱਧਦੀ ਹੈ। ਵਧਣ ਦਾ ਵੀ ਕਾਰਨ ਤਾਂ ਵਾ ਕਿਉਂਕਿ ਜਿਨ੍ਹਾਂ ਚੀਜ਼ਾਂ ਨੂੰ ਸੋਚ ਕੇ ਇਹ ਦੌੜ ਸ਼ੁਰੂ ਕੀਤੀ ਸੀਗੀ, ਜਦੋਂ ਇਨਸਾਨ ਉਸ ਦੇ ਉੱਪਰ ਜਾ ਕੇ ਆਪਣੇ ਆਪ ਨੂੰ ਉੱਥੇ ਹੀ ਪਾਉਂਦਾ ਜਿੱਥੋਂ ਉਹ ਚੱਲਿਆ ਸੀਗਾ। ਜੇ ਹੈਪੀਨੈਸ ਦੀ ਗੱਲ ਕਰੀਏ ਤਾਂ ਇਨਸਾਨ ਦੀ ਬੇਚੈਨੀ ਵੱਧ ਜਾਂਦੀ ਹੈ ਕਿਉਂਕਿ ਇਹਨੇ ਸਮਾਂ ਵੀ ਗਵਾ ਲਿਆ, ਉਹਨੇ ਬਹੁਤ ਸਾਰੇ ਅਜਿਹੇ ਕੰਮ ਵੀ ਕੀਤੇ ਉਸ ਚੀਜ਼ ਨੂੰ ਪਾਉਣ ਦੇ ਲਈ ਜੋ ਉਸ ਨੂੰ ਕਦੀ ਉੱਪਰ ਨਹੀਂ ਚੱਕ ਸਕਦੇ। ਬਹੁਤ ਉਸ ਨੂੰ ਆਪਣੇ ਇਹਨਾਂ ਕੰਮਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨਜ਼ਰ ਆਉਂਦੀਆਂ ਅਤੇ ਬੇਚੈਨੀ ਵੱਧ ਜਾਂਦੀ ਹੈ। ਸੋ ਹੈਪੀਨੈਸ ਦੀ ਇੱਕ ਸਹੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਤਾਂ ਆਪਾਂ ਇਸ ਟੈਗ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਡਿਫਾਈਨ ਕਰਦੇ ਪਏ ਹਾਂ ਕਿਉਂਕਿ ਜਿੰਨਾ ਚਿਰ ਹੈਪੀਨੈਸ ਦੀ ਇੱਕ ਸਹੀ ਪਹਿਚਾਣ ਨਹੀਂ ਹੋਏਗੀ, ਸਾਨੂੰ ਨਹੀਂ ਪਤਾ ਹੋਏਗਾ ਕਿ ਅਸੀਂ ਕਿਸ ਚੀਜ਼ ਨੂੰ ਪਾ ਰਹੇ ਹਾਂ ਜਾਂ ਕਿਸ ਚੀਜ਼ ਵੱਲ ਭੱਜ ਰਹੇ ਹਾਂ। ਅਸਲ ਦੇ ਵਿੱਚ ਹੈਪੀਨੈਸ ਜੀ ਐਗਜ਼ੈਕਟ ਗੱਲ ਕਰੀਏ ਇੱਕ ਚੈਨ ਆ, ਸੰਤੁਸ਼ਟੀ ਹੈ, ਇੱਕ ਪੀਸ ਆਫ ਮਾਈਂਡ ਆ ਜਿਸ ਦਾ ਹਰ ਇੱਕ ਇਨਸਾਨ ਹੱਕਦਾਰ ਆ। ਹੱਕਦਾਰ ਅਸੀਂ ਉਸ ਚੀਜ਼ ਦੇ ਹੁੰਦੇ ਹਾਂ ਜੋ ਸਾਡੀ ਹੁੰਦੀ ਹੈ, ਅਸੀਂ ਦੂਸਰੀ ਚੀਜ਼ ਦੇ ਹੱਕਦਾਰ ਨਹੀਂ ਹੁੰਦੇ। ਅਤੇ ਅਸੀਂ ਇਸੇ ਕਰਕੇ ਇਸ ਚੀਜ਼ ਦੇ ਹੱਕਦਾਰ ਆ ਕਿ ਹਰ ਇੱਕ ਇਨਸਾਨ ਦੀ ਇਹ ਇੱਕ ਬੁਨਿਆਦੀ ਸੁਭਾਅ ਆ। ਕੋਈ ਵੀ ਇਨਸਾਨ ਜਿਹੜਾ ਇੱਕ ਇਨਸਾਨ ਰੂਪ ਵਿੱਚ ਜਨਮ ਲੈ ਗਿਆ ਇਸ ਧਰਤੀ ਵਿੱਚ, ਸ਼ਾਂਤੀ ਉਸ ਦਾ ਸੁਭਾਅ ਆ, ਉਸ ਦਾ ਰਾਈਟ ਹੈਗਾ ਅਤੇ ਉਹ ਉਸ ਦਾ ਹੱਕਦਾਰ ਆ। ਅਤੇ ਇਸੇ ਹੱਕ ਨੂੰ, ਇਸੇ ਸਮਝ ਨੂੰ ਸਮਝੀਏ ਕਿ ਇਹ ਕੋਈ ਚੀਜ਼ ਅਜਿਹੀ ਨਹੀਂ ਹੈਗੀ ਜਿਹੜੀ ਸਾਨੂੰ ਪਾਉਣੀ ਹੋਵੇਗੀ। ਸਮਾਜ ਵਿੱਚ ਅਸੀਂ ਬਹੁਤ ਕੁਝ ਚੀਜ਼ਾਂ ਬਾਹਰ ਰੂਪ ਵਿੱਚ ਪਾਉਂਦੇ ਹਾਂ,
ਕੋਈ ਧਨ ਦੌਲਤ ਪਾਉਂਦੇ ਹਾਂ, ਅਸੀਂ ਨੌਕਰੀ ਕਰਦੇ ਹਾਂ, ਕੋਈ ਬਿਜ਼ਨਸ ਕਰਦੇ ਹਾਂ ਜਾਂ ਹੋਰ ਕੰਮ ਕਰਦੇ ਹਾਂ ਜਿਸ ਨਾਲ ਸਾਨੂੰ ਜ਼ਰੂਰਤਾਂ ਪੂਰੀਆਂ ਹੁੰਦੀਆਂ। ਅਤੇ ਜ਼ਰੂਰਤਾਂ ਪੂਰੀਆਂ ਹੋਣ ਦੇ ਬਾਵਜੂਦ ਜਦੋਂ ਸਾਨੂੰ ਚੈਨ ਨਹੀਂ ਮਿਲਦਾ, ਸਾਨੂੰ ਲੱਗਦਾ ਹੈ ਕਿ ਅਸੀਂ ਇਹ ਜਿਹੜੀ ਵਸਤੂ ਆ, ਇਹ ਜਿਹੜੀ ਇਮੋਸ਼ਨ ਹੈਗੇ ਆ, ਇਹ ਵੀ ਅਸੀਂ ਬਾਹਰ ਭੱਜ ਕੇ ਹੀ ਪਾ ਲਵਾਂਗੇ। ਇਸੇ ਕਰਕੇ ਸਾਨੂੰ ਇਸ ਚੀਜ਼ ਨੂੰ ਸਮਝਣ ਲੱਗਿਆ ਬਹੁਤ ਸਮਾਂ ਲੱਗਦਾ ਕਿ ਇਹ ਸਾਡਾ ਸੁਭਾਅ ਆ, ਇਸ ਨੂੰ ਭੱਜ ਦੌੜ ਕੇ ਅਸੀਂ ਕਿਤੇ ਨਹੀਂ ਪਾ ਸਕਦੇ, ਸਗੋਂ ਭੱਜ ਦੌੜ ਕੇ ਅਸੀਂ ਇਹਨੂੰ ਗਵਾਉਂਦੇ ਹਾਂ। ਜਿਵੇਂ ਤੁਸੀਂ ਰੈਸਟ 'ਚ ਹੋਵੋ, ਤੁਸੀਂ ਆਰਾਮ ਨਾਲ ਬੈਠੇ ਹੋਵੋ ਅਤੇ ਤੁਹਾਨੂੰ ਕੁਝ ਕਰਨਾ, ਤੁਹਾਨੂੰ ਉੱਦਮ ਕਰਨਾ ਪੈਂਦਾ। ਸੋ ਇਹ ਉਹ ਹੈਪੀਨੈਸ ਹੈਗੀ ਹੈ ਉਹ ਜਿਹੜੀ ਸ਼ਾਂਤੀ ਹੈਗੀ ਹੈ, ਇਹਦੇ ਲਈ ਉੱਦਮ ਲੈਸ ਹੋਣਾ ਪੈਂਦਾ, ਉੱਦਮ ਨੂੰ ਛੱਡਣਾ ਪੈਂਦਾ। ਸੋ ਉੱਦਮ ਨੂੰ ਛੱਡਣ ਦਾ ਮਤਲਬ ਇਹ ਨਹੀਂ ਹੈ ਕਿ ਕੰਮ ਕਰਕੇ ਤੁਸੀਂ ਹਰ ਆਪਣੇ ਕੰਮ ਕਰਨ ਨੂੰ ਛੱਡ ਦਿਓ। ਆਪਣੇ ਮਨ ਦੇ ਅੰਦਰ ਇੱਕ ਸ਼ਾਂਤੀ ਦਾ ਅਨੁਭਵ ਕਰੋ। ਆਪਣੇ ਮਨ ਦੇ ਅੰਦਰ ਜਿਹੜੀ ਬੇਚੈਨੀ ਹੈ, ਜਿਹੜੀ ਭੱਜ ਦੌੜ ਅਸੀਂ ਆਪਣੇ ਮਨ ਦੇ ਅੰਦਰ ਕਰਦੇ ਹਾਂ, ਉਸ ਨੂੰ ਛੱਡਣ ਦੀ ਗੱਲ ਹੋ ਰਹੀ ਹੈ। ਸੋ ਇਸ ਟਾਕ ਦੇ ਵਿੱਚ ਇਸ ਬਾਰੇ ਗੱਲ ਕਰਦੇ ਪਏ ਹਾਂ, ਕੁਝ ਅਸੀਂ ਇਸ ਪੁਆਇੰਟ ਬਾਰੇ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਇਸ ਗੱਲ ਨੂੰ ਸਮਝ ਲਈਏ ਕਿ ਇਹ ਸਾਡਾ ਨੈਚੁਰਲ ਸੁਭਾਅ ਆ, ਅਸੀਂ ਨੈਚੁਰਲੀ ਇਸ ਨੂੰ ਅਟੇਨ ਕੀਤਾ। ਹਰ ਇੱਕ ਇਨਸਾਨ ਨੇ ਇਸ ਚੀਜ਼ ਨੂੰ ਅਟੇਨ ਕੀਤਾ। ਹਰ ਕੋਈ ਇਨਸਾਨ ਇਹਨੂੰ ਪਾਉਂਦਾ ਵੀ ਹੈ, ਖੁਸ਼ੀ ਨੂੰ, ਸ਼ਾਂਤੀ ਨੂੰ ਪਾਉਂਦਾ ਵੀ ਹੈ। ਜਦੋਂ ਅਸੀਂ ਆਪਣੇ ਕੰਮਾਂ ਕਾਰ ਤੋਂ ਥੱਕ ਹਾਰ ਕੇ ਨੀਂਦ ਵੱਲ ਜਾਂਦੇ ਹਾਂ, ਜੇ ਅਸੀਂ ਗਹਿਰੀ ਨੀਂਦ ਲੈਂਦੇ ਹਾਂ ਅਤੇ ਜਦੋਂ ਅਸੀਂ ਗਹਿਰੀ ਨੀਂਦ ਤੋਂ ਬਾਅਦ ਸਵੇਰੇ ਉੱਠਦੇ ਹਾਂ ਅਤੇ ਸਾਨੂੰ ਬੜੀ ਇੱਕ ਸ਼ਾਂਤੀ ਦਾ, ਬੜੇ ਅੱਛੇਪਨ ਦਾ ਅਹਿਸਾਸ ਹੁੰਦਾ ਅਤੇ ਸਾਡਾ ਮਨ ਬੜਾ ਖਿੜਿਆ ਹੁੰਦਾ। ਇਹ ਖਿੜਿਆਪਨ ਉਸੇ ਕਰਕੇ ਹੁੰਦਾ ਕਿ ਸ਼ਾਇਦ ਅਸੀਂ ਗਹਿਰੀ ਨੀਂਦ ਵਿੱਚ ਇੱਕ ਚੈਨ ਦੀ ਅਵਸਥਾ ਨੂੰ ਪ੍ਰਾਪਤ ਕਰਦੇ ਹਾਂ ਅਤੇ ਉਸ ਚੈਨ ਦੀ ਅਵਸਥਾ ਦੀ ਜਿਹੜੀ ਸੁਗੰਧ ਹੈਗੀ ਹੈ, ਉਹ ਹੀ ਸਾਡੇ ਜੀਵਨ ਦੇ ਇਹਨਾਂ ਸ਼ੁਰੂਆਤੀ ਪਲਾਂ ਦੇ ਵਿੱਚ ਬਿਖਰਦੀ ਹੈ। ਅਤੇ ਜੇ ਇਨਸਾਨ ਜਿਹੜਾ ਹੈਗਾ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਪਰੇਸ਼ਾਨ ਵੀ ਰਹੇ ਤਾਂ ਉਸ ਨੂੰ ਨੀਂਦ ਨਹੀਂ ਆਉਂਦੀ। ਉਹ ਸਾਰੀ ਰਾਤ ਮਾੜਾ ਮੋਟਾ ਸੋ ਕੇ, ਕੋਈ ਟੈਬਲੇਟ ਗੋਲੀਆਂ ਖਾ ਕੇ ਵੀ ਸੌਂਦੇ ਨੇ। ਉਸ ਤੋਂ ਬਾਅਦ ਵੀ ਜਦੋਂ ਉੱਠਦੇ ਨੇ, ਉਹਨਾਂ ਦੀ ਜਿਹੜੀ ਉੱਠਣ ਦੇ ਨਾਲ ਬੇਚੈਨੀ ਜਿਹੜੀ ਰਾਤ ਸੌਣ ਤੋਂ ਪਹਿਲਾਂ ਸੀਗੀ, ਉਹ ਫੇਰ ਪਾਈ ਜਾਂਦੀ ਹੈ। ਅਤੇ ਜੇ ਉਹਨੂੰ ਕੋਈ ਪੁੱਛੇ ਵੀ ਤੂੰ ਕਿਉਂ ਇੰਨਾ ਜ਼ਿਆਦਾ ਪਰੇਸ਼ਾਨ ਕਿਉਂ ਹੈਗਾ, ਕਿਉਂ ਅਜੇ ਉਹਦੇ ਵਿੱਚ ਕਿਉਂ ਇੰਨਾ ਚੈਨ ਨਹੀਂ ਹੈਗਾ, ਤਾਂ ਉਹ ਸੁਭਾਵਿਕ ਹੀ ਕਹਿੰਦਾ ਕਿ ਮੇਰੀ ਰਾਤ ਦੀ ਨੀਂਦ ਪੂਰੀ ਨਹੀਂ ਹੋਈ। ਨੀਂਦ ਕੀ ਹੈ? ਚੈਨ ਆ। ਕਿ ਰਾਤ ਵਿੱਚ ਜਿਹੜਾ ਦਿਮਾਗ ਹੈਗਾ ਉਹ ਭੱਜਦਾ ਦੌੜਦਾ ਰਿਹਾ। ਜੋ ਦਿਨ ਦੇ ਕੰਮ ਸੀਗੇ ਉਹ ਇੰਨੇ ਗਹਿਰੇ ਮਨ ਦੇ ਵਿੱਚ ਸੀਗੇ ਕਿ ਰਾਤ ਵਿੱਚ ਵੀ ਜੋ ਨੈਚੁਰਲ ਇੱਕ ਅਵਸਥਾ ਵਾ ਹਰ ਇੱਕ ਇਨਸਾਨ ਦੀ, ਹਰ ਇੱਕ ਜੀਵ ਦੀ, ਜੋ ਸੌਣ ਦੀ, ਉਸ ਦੇ ਵਿੱਚ ਵੀ ਉਹ ਇੰਟਰਪਸ਼ਨ ਕਰਦੀ ਹੈਗੀ ਹੈ। ਤਾਂ ਜੇ ਉਸ ਨੂੰ ਕਹਿਣਾ ਹੋਵੇ ਵੀ ਤੂੰ ਕਿਉਂ ਅੱਛੀ ਨੀਂਦ ਲੈਣ ਦਾ ਕੀ ਤਰੀਕਾ ਹੈਗਾ, ਅੱਛੀ ਨੀਂਦ ਲੈਣ ਦਾ ਰਿਲੈਕਸ ਹੋ ਕੇ ਬਸ ਸੌਣਾ। ਅਸੀਂ ਲਈ ਐਫਰਟਲੈਸਲੀ ਦੇਖੋ, ਐਫਰਟ ਕੀਤਿਆਂ ਕਦੀ ਨੀਂਦ ਨਹੀਂ ਆਉਂਦੀ। ਜੇ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਤੁਸੀਂ ਜਿੰਨੇ ਵੀ ਐਫਰਟ ਕਰੋਗੇ ਉਹ ਤੁਹਾਡੀ ਨੀਂਦ ਜਿਹੜੀ ਹੈਗੀ ਹੈ ਉਹ ਕਦੀ ਵੀ ਗਹਿਰੀ ਨਹੀਂ ਜਾਏਗੀ। ਜਿੰਨਾ ਐਫਰਟਲੈਸਲੀ ਸੌਗੇ ਤੁਹਾਡੀ ਨੀਂਦ ਗਹਿਰੀ ਆ ਜਾਂਦੀ ਹੈ। ਇਸੇ ਗੱਲ ਨੂੰ ਆਧਾਰ ਮੰਨ ਸਕਦੇ ਹੋ, ਖੁਸ਼ੀ ਐਫਰਟਲੈਸ ਤਾਂ ਮਿਲਦੀ ਹੈ। ਜੇ ਤੁਸੀਂ ਜ਼ਿੰਦਗੀ ਭਰ ਖੁਸ਼ੀ ਲਈ ਭੱਜਦੇ ਫਿਰਦੇ ਪਏ ਹੋ, ਕੁਛ ਵੀ ਕਰਦੇ ਪਏ ਹੋ, ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਕਿਸੇ ਵੀ ਧਰਮ ਸਥਾਨ ਦੇ ਵਿੱਚ ਵੀ ਜਾਂਦੇ ਹੋ, ਤਾਂ ਤੁਹਾਨੂੰ ਖੁਸ਼ੀ ਨਹੀਂ ਮਿਲਣੀ, ਕਿਉਂਕਿ ਜਿਹੜੀ ਖੁਸ਼ੀ ਦਾ ਤੁਹਾਡਾ ਸੁਭਾਅ ਆ ਤੁਸੀਂ ਇਹਨੂੰ ਸਮਝੇ ਨਹੀਂ। ਸੋ ਇਸ ਦੀ ਇੱਕ ਗਹਿਰੀ ਸਮਝ ਜਿਹੜੀ ਹੈਗੀ ਹੈ, ਜਦੋਂ ਸਾਡੇ ਮਨ ਵਿੱਚ ਉਤਰਦੀ ਹੈ, ਅਸੀਂ ਆਟੋਮੈਟਿਕਲੀ ਖੁਸ਼ੀ ਨੂੰ ਅਟੇਨ ਕਰਦੇ ਹਾਂ, ਹੈਪੀਨੈਸ ਨੂੰ ਅਟੇਨ ਕਰਦੇ ਹਾਂ। ਹੈਪੀਨੈਸ ਨੂੰ ਇੱਕ ਸੁਧਾਰਕ ਰੂਪ 'ਤੇ ਸਮਝਣਾ ਬਹੁਤ ਜ਼ਰੂਰੀ ਹੈਗਾ ਕਿ ਹੈਪੀਨੈਸ ਉਹ ਹੈਪੀਨੈਸ ਨਹੀਂ ਹੈਗੀ ਜਿਹੜੀ ਅਸੀਂ ਸੋਚਦੇ ਹਾਂ ਕਿ ਇਹ ਕੁਛ ਨੂੰ ਨੀਵਾਂ ਦਿਖਾ ਕੇ ਅਸੀਂ ਹੈਪੀਨੈਸ ਅਟੇਨ ਕਰਾਂਗੇ, ਜਾਂ ਕੁਛ ਜਿਹੜੇ ਹੈਗੇ ਆ ਨਸ਼ੀਲੇ ਪਦਾਰਥਾਂ ਨੂੰ ਅਟੇਨ ਕਰਕੇ ਹੈਪੀਨੈਸ ਕਰਦੇ ਹਾਂ, ਜਾਂ ਬਹੁਤ ਮਹਿੰਗੀਆਂ ਗੱਡੀਆਂ, ਧਨ ਦੌਲਤ ਇਕੱਠੇ ਕਰਕੇ ਅਸੀਂ ਹੈਪੀਨੈਸ ਕਰਦੇ ਹਾਂ। ਉਹ ਹੈਪੀਨੈਸ ਨਹੀਂ ਹੈਗੀ। ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਕਲੀਅਰ ਕਰਨਾ ਬੜਾ ਜ਼ਰੂਰੀ ਹੈ। ਹੈਪੀਨੈਸ ਹੈ ਕੀ ਹੈ? ਹੈਪੀਨੈਸ ਇੱਕ ਅਸੀਮ ਸ਼ਾਂਤੀ ਹੈ, ਇੱਕ ਪੀਸ ਆਫ ਮਾਈਂਡ ਹੈਗਾ। ਜੇ ਤੁਹਾਡਾ ਮਾਈਂਡ ਬਿਲਕੁਲ ਪੀਸ ਵਿੱਚ ਹੈਗਾ, ਉਸ ਨੂੰ ਹੀ ਹੈਪੀਨੈਸ ਕਹਿੰਦੇ ਆ। ਜਿਹਦੇ ਵਿੱਚ ਤੁਹਾਡੇ ਅੰਦਰ ਬੇਚੈਨੀ ਨਹੀਂ ਹੈਗੀ, ਤੁਹਾਡੇ ਅੰਦਰ ਦਿਮਾਗ ਦੇ ਵਿੱਚ ਬਹੁਤ ਦੌੜ ਨਹੀਂ ਭੱਜਦੀ, ਤੁਸੀਂ ਬੇਚੈਨ ਨਹੀਂ ਰਹਿੰਦੇ ਹੋ, ਤੁਹਾਡਾ ਜਿਹੜਾ ਹੈਗਾ ਤੁਹਾਡੀ ਹਾਰਟ ਬੀਟ ਬਹੁਤ ਜ਼ਿਆਦਾ ਫਲਕਚੁਏਟ ਨਹੀਂ ਕਰਦੀ, ਤਾਂ ਠਾਹ ਨਹੀਂ ਆਉਂਦੀ, ਬਿਲਕੁਲ ਇੱਕ ਰਿਲੈਕਸ ਵਿੱਚ ਤੁਹਾਡੇ ਅੰਦਰ ਕੋਈ ਵੀ ਇਮੋਸ਼ਨਸ ਨਹੀਂ ਚੱਲਦੇ, ਤੁਹਾਡੇ ਮੂੰਹ ਦੇ ਉੱਤੇ ਇੰਪਰੈਸ਼ਨ ਨਹੀਂ ਆਉਂਦੇ ਜਾਂਦੇ, ਤੁਸੀਂ ਬੜੇ ਇੱਕ ਸ਼ਾਂਤ ਜਗ੍ਹਾ 'ਤੇ ਟਿਕ ਕੇ ਬੈਠ ਜਾਂਦੇ ਹੋ, ਤੁਹਾਡਾ ਮਨ ਟਿਕ ਕੇ ਬੈਠ ਜਾਂਦਾ, ਉਸੇ ਨੂੰ ਹੈਪੀਨੈਸ ਕਹਿੰਦੇ ਆ। ਅਤੇ ਉਹ ਤੁਹਾਡਾ ਇੱਕ ਨੈਤਿਕ ਸੁਭਾਅ ਆ, ਕੁਦਰਤੀ ਸੁਭਾਅ ਆ। ਇਸ ਚੀਜ਼ ਨੂੰ ਸਮਝਣ ਦੇ ਵਿੱਚ ਹੀ ਸਾਡੀ ਜਿਹੜੀ ਪਰੇਸ਼ਾਨੀ ਹੈ, ਸਾਡੇ ਦਿਮਾਗ ਦੇ ਵਿੱਚ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਇਹ ਚੀਜ਼ ਨੋਟ ਹੋ ਗਈ ਹੈ ਕਿ ਹੈਪੀਨੈਸ ਅਸੀਂ ਕੁਝ ਕਰਕੇ ਪਾਵਾਂਗੇ, ਹੈਪੀਨੈਸ ਮਿਲੇਗੀ। ਠੀਕ ਆ, ਕੁਝ ਸਰਕਾਰ ਜੋ ਕੁਛ
ਨੈਤਿਕ ਜ਼ਰੂਰਤਾਂ ਨੇ ਸਾਡੀ ਜ਼ਿੰਦਗੀ ਦੀਆਂ, ਉਹਨੂੰ ਇੱਕ ਪੂਰਾ ਕਰਨ ਦੇ ਲਈ ਸਾਨੂੰ ਐਫਰਟ ਕਰਨੇ ਪੈਂਦੇ ਆ, ਪਰ ਉਸ ਤੋਂ ਜ਼ਿਆਦਾ ਜਿਹੜੇ ਐਫਰਟ ਅਸੀਂ ਬਿਨਾਂ ਕਿਸੇ ਕਾਰਨ ਕਰਦੇ ਹਾਂ, ਸੋ ਉਸ ਦੇ ਵਿੱਚੋਂ ਹੀ ਸਾਨੂੰ ਆਪਣੇ ਆਪ ਨੂੰ ਬਾਹਰ ਕੱਢ ਕੇ ਕੁਝ ਸਮਾਂ ਟਿਕ ਕੇ ਬੈਠਣ ਦੀ ਜ਼ਰੂਰਤ ਹੈ, ਤਾਂ ਜੋ ਅਸੀਂ ਉਸ ਨੈਚੁਰਲ ਜਿਹੜੀ ਅਵਸਥਾ ਨੂੰ ਸਮਝ ਸਕੀਏ। ਅਤੇ ਜਦੋਂ ਅਸੀਂ ਉਸ ਨੈਚੁਰਲ ਅਵਸਥਾ ਨੂੰ ਸਮਝ ਜਾਵਾਂਗੇ ਤਾਂ ਸਾਨੂੰ ਕਿਸੇ ਇਨਸਾਨ ਨੂੰ ਸਮਝਾਉਣ ਦੀ ਲੋੜ ਨਹੀਂ ਪੈਣੀ। ਸਾਨੂੰ ਸਮਝਾਉਣ ਦੀ ਲੋੜ ਤਾਂ ਹੀ ਪੈ ਰਹੀ ਹੈ ਕਿਉਂਕਿ ਅਸੀਂ ਉਸ ਅਵਸਥਾ ਨੂੰ ਗਵਾ ਕੇ ਇੱਕ ਬੇਚੈਨੀ ਦੇ ਰਾਸਤੇ ਵਿੱਚ ਗਵਾ ਚੁੱਕੇ ਹਾਂ। ਸੋ ਹੈਪੀਨੈਸ ਜਿਹੜੀ ਹੈਗੀ ਹੈ, ਸਭ ਤੋਂ ਪਹਿਲਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਡੀ ਨੈਚੁਰਲ ਸਟੇਟ ਆਫ ਮਾਈਂਡ ਹੈਪੀਨੈਸ ਦੀ ਹੈ, ਸ਼ਾਂਤੀ ਦੀ ਹੈਗੀ ਹੈ। ਉਹ ਸਟੇਟ ਆਫ ਮਾਈਂਡ ਸਾਨੂੰ ਸਮਝ ਨਹੀਂ ਹੈਗੀ ਇਸ ਚੀਜ਼ ਦੀ। ਬਸ ਜਿਸ ਵਕਤ ਸਾਨੂੰ ਉਸ ਦੀ ਸਮਝ ਆ ਗਈ, ਤੁਸੀਂ ਅਟੇਨ ਕਰ ਸਕਦੇ ਹੋ। ਉਹ ਸਮਝ ਕਿਸੇ ਦੇ ਦੱਸਿਆ ਨਹੀਂ ਪਾਉਣੀ, ਉਹ ਸਿਰਫ ਜਦੋਂ ਉਸ ਦਾ ਐਕਸਪੀਰੀਅੰਸ ਜ਼ਿੰਦਗੀ ਵਿੱਚ ਜੋ ਵੀ ਤੁਸੀਂ ਕਰ ਰਹੇ ਹੋ, ਤੁਹਾਡੇ ਕੋਈ ਐਕਸਪੀਰੀਅੰਸ ਦੇ ਬਿਹਾਫ 'ਤੇ ਕਰ ਰਹੇ ਹੋ। ਲੋਕੀ ਕੋਈ ਵੀ ਕਿਸੇ ਨੂੰ ਨਹੀਂ ਸਮਝਾ ਸਕਦਾ ਅਤੇ ਕਿਸੇ ਦਾ ਸਮਝਾਇਆ ਕੋਈ ਕੰਮ ਨਹੀਂ ਕਰਦਾ। ਸਿਰਫ ਸਾਡੇ ਜੋ ਐਕਸਪੀਰੀਅੰਸ ਨੇ, ਜਿਨ੍ਹਾਂ ਦੇ ਵਿੱਚ ਅਸੀਂ ਜੀਆ, ਉਹ ਸਾਨੂੰ ਗਾਈਡ ਕਰਦੇ ਨੇ। ਇਸੇ ਕਰਕੇ ਜਿਹੜੀ ਹੈਪੀਨੈਸ ਵੀ ਹੈ ਜਾਂ ਪੀਸ ਆਫ ਮਾਈਂਡ ਵੀ ਹੈ, ਜਿੰਨਾ ਚਿਰ ਤੱਕ ਤੁਹਾਨੂੰ ਐਕਸਪੀਰੀਅੰਸ ਨਹੀਂ ਕਰੋਗੇ, ਟਰਸਟ ਨਹੀਂ ਆਉਂਦਾ ਅਤੇ ਕਰਨਾ ਵੀ ਨਹੀਂ ਹੈਗਾ। ਸਭ ਤੋਂ ਪਹਿਲਾਂ ਇੱਕ ਕੁਝ ਸਮਾਂ ਆਪਣੀ ਜ਼ਮੀਨ 'ਤੇ ਕੱਢੋ, ਟਿਕ ਕੇ ਬੈਠੋ, ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇਹ ਹੈਪੀਨੈਸ ਦਾ ਅਹਿਸਾਸ ਖੁਦ ਹੋਵੇਗਾ। ਇੱਕ ਅਸੀਮ ਸ਼ਾਂਤੀ ਦਾ ਅਹਿਸਾਸ ਖੁਦ ਹੋਏਗਾ, ਇੱਕ ਅਸੀਮ ਸਮਝ ਦਾ ਅਹਿਸਾਸ ਹੋਵੇਗਾ, ਜੋ ਤੁਹਾਨੂੰ ਆਟੋਮੈਟਿਕਲੀ ਇਸ ਵੱਲ ਡਾਇਵਰਟ ਕਰਕੇ ਲੈ ਜਾਏਗੀ। ਦੇਖੋ, ਸਮਾਜ ਦੇ ਵਿੱਚ ਜਦੋਂ ਅਸੀਂ ਜ਼ਿੰਦਗੀ ਜੀਂਦੇ ਹਾਂ, ਸਾਨੂੰ ਸਮਾਜ ਦੇ ਵਿੱਚ ਇੱਕ ਜਿਹੜੀ ਧਾਰਨਾ ਸਮਾਜ ਦੇ ਰੂਪ ਵਿੱਚ ਮਿਲਦੀ ਹੈਗੀ ਹੈ। ਅਸੀਂ ਸੋਚਦੇ ਹਾਂ ਕਿ ਜਿਹੜੀ ਸਾਡੀ ਖੁਸ਼ੀ ਹੈਗੀ ਹੈ, ਸਾਨੂੰ ਕਿਸੇ ਚੀਜ਼ਾਂ ਤੋਂ ਮਿਲੇਗੀ, ਸਾਨੂੰ ਵਸਤੂਆਂ ਤੋਂ ਮਿਲੇਗੀ, ਸਾਨੂੰ ਲੋਕਾਂ ਤੋਂ ਮਿਲੇਗੀ। ਅਤੇ ਸਾਡਾ ਜਿਹੜਾ ਮਨ ਦੇ ਵਿੱਚ ਇਹ ਜਿਹੜੀ ਸਾਡੀ ਇੱਕ ਭਰਮ ਹੈਗਾ, ਉਹ ਸਾਨੂੰ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਦੇ ਵਿੱਚ ਲੈ ਜਾਂਦੀ ਹੈ। ਸਮਾਜ ਵਿੱਚ ਅੱਜ ਕੱਲ੍ਹ ਹਰ ਕੋਈ ਇਨਸਾਨ ਸੋਸ਼ਲ ਮੀਡੀਆ ਦੇ ਰੂਪ, ਟੀਵੀ ਦੇ ਰੂਪ ਵਿੱਚ ਜੁੜਿਆ ਹੈਗਾ, ਅਤੇ ਉਹ ਉਸ ਚੀਜ਼ 'ਚ ਗਵਾ ਲੈਂਦਾ ਆਪਣੇ ਆਪ ਨੂੰ। ਧਿਆਨ ਸਾਰਾ ਉੱਤੇ ਡਿਵਰਟ ਜਦੋਂ ਕਰਦੇ ਹਾਂ, ਅਤੇ ਉਸ ਮੀਡੀਆ ਦੇ ਵਿੱਚ ਸਭ ਤੋਂ ਵੱਡੀ ਇੱਕ ਖਾਮੀ ਹੈ ਕਿ ਬਹੁਤ ਸਾਰਾ ਮੀਡੀਆ ਜਿਹੜਾ ਹੈਗਾ ਜਾਂ ਸੋਸ਼ਲ ਮੀਡੀਆ ਦਾ ਸਾਰਾ ਦਾਇਰਾ ਉਹ ਐਡਵਰਟਾਈਜ਼ਮੈਂਟ ਦੇ ਸਿਰ 'ਤੇ ਚੱਲਦਾ। ਅਤੇ ਐਡਵਰਟਾਈਜ਼ਮੈਂਟ ਹਮੇਸ਼ਾ ਹੀ ਸਾਨੂੰ ਇਸ ਚੀਜ਼ ਵੱਲ ਲਗਾਉਂਦੀਆਂ ਕਿ ਸਾਨੂੰ ਚੀਜ਼ਾਂ ਨੂੰ ਵੱਧ ਤੋਂ ਵੱਧ ਖਰੀਦਣ ਵਿੱਚ ਉਹ ਉਤਸ਼ਾਹਿਤ ਕਰਦੀਆਂ ਕਿ ਸਾਨੂੰ ਵੱਧ ਤੋਂ ਵੱਧ ਚੀਜ਼ਾਂ ਨੂੰ ਖਰੀਦਿਆ ਜਾਵੇ। ਉਹ 'ਚ ਬਹੁਤ ਸਾਰੇ ਜਿਹੜੇ ਸਾਨੂੰ ਅਟਰੈਕਟ ਕਰਦੇ ਨੇ, ਕੁਝ ਐਕਟਰਸ ਨੇ, ਅਤੇ ਜਿਨ੍ਹਾਂ ਨੂੰ ਅਸੀਂ ਰੋਜ਼ ਜ਼ਿੰਦਗੀ 'ਚ ਦੇਖਦੇ ਹਾਂ। ਅਸੀਂ ਹਮੇਸ਼ਾ ਆਪਣੇ ਆਪ ਨੂੰ ਛੱਡ ਕੇ ਉਹਨਾਂ ਵੱਲ ਸਾਡਾ ਧਿਆਨ ਜ਼ਿਆਦਾ ਹੁੰਦਾ, ਉਹ ਕੀ ਕਰ ਰਹੇ ਨੇ, ਉਹਨਾਂ ਦੀ ਜ਼ਿੰਦਗੀ ਦੇ ਆਸੇ-ਪਾਸੇ ਸਾਡਾ ਧਿਆਨ ਚੱਲਦਾ। ਅਤੇ ਉਸ ਧਿਆਨ ਦੇ ਵਜ੍ਹਾ ਦੇ ਨਾਲ ਜਦੋਂ ਉਹ ਐਡਵਰਟਾਈਜ਼ਮੈਂਟ ਦਿੰਦੇ ਆ, ਅਤੇ ਸਾਨੂੰ ਲੱਗਦਾ ਕਿਉਂਕਿ ਉਹ ਇਸ ਚੀਜ਼ ਨੂੰ ਐਵੇਂ ਪ੍ਰੋਡਿਊਸ ਕਰਦੇ ਆ ਕਿ ਉਹ ਉਹਨਾਂ ਪ੍ਰੋਡਕਟ ਨੂੰ ਯੂਜ਼ ਕਰਕੇ ਬੜੀ ਹੈਪੀਨੈਸ, ਬੜੀ ਖੁਸ਼ੀ ਮਹਿਸੂਸ ਕਰਦੇ ਪਏ ਆ। ਅਤੇ ਉਹ ਇੱਕ ਏਜੰਟ ਦਾ ਤੌਰ 'ਤੇ ਕੰਮ ਕਰਦੇ ਆ, ਜਿਹੜੇ ਇਸ ਪ੍ਰੋਡਕਟ ਨੂੰ ਵੇਚਣ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ, ਅਤੇ ਉਹਦਾ ਕੁਝ ਕਮਿਸ਼ਨ ਦੇ ਰੂਪ ਵਿੱਚ ਐਡਵਰਟਾਈਜ਼ਮੈਂਟ ਦੇ ਕੰਮ ਲਈ ਉਹ ਉਹਨਾਂ ਤੋਂ ਪੈਸੇ ਚਾਰਜ ਕਰਦੇ ਆ। ਮਤਲਬ ਤੁਹਾਨੂੰ ਪ੍ਰੋਡਕਟ ਵੇਚਣ 'ਚ ਹੈਲਪ ਕਰਦੇ ਆ। ਅਤੇ ਸਾਡੇ ਲੋਕਾਂ ਦੇ ਵਿੱਚ ਉਹ ਤਾਂ ਬਹੁਤ ਹੀ ਇੱਕ ਨੈਗੇਟਿਵ ਪ੍ਰਚਾਰ ਜਾਂਦਾ। ਸਾਨੂੰ ਲੱਗਦਾ ਹੈ ਕਿ ਹੈਪੀਨੈਸ ਇਹ ਚੀਜ਼ ਆ, ਅਤੇ ਅਸੀਂ ਸ਼ਾਇਦ ਇਸ ਚੀਜ਼ ਨੂੰ ਜਦੋਂ ਯੂਜ਼ ਕਰਾਂਗੇ ਸਾਨੂੰ ਬਹੁਤ ਖੁਸ਼ੀ ਮਿਲੇਗੀ। ਤਾਂ ਉਹ ਇਨਸਾਨਾਂ ਨੂੰ ਇਸ ਚੀਜ਼ ਵੱਲ ਗੁਰੇਜ਼ ਕਰਨਾ ਚਾਹੀਦਾ। ਦੇਖੋ, ਜਿਹੜੀਆਂ ਜ਼ਰੂਰਤੀ ਚੀਜ਼ਾਂ ਹੁੰਦੀਆਂ ਉਸ ਨੂੰ ਪ੍ਰਚਾਰ ਦੀ ਬਹੁਤ ਲੋੜ ਨਹੀਂ ਹੈ। ਹਰ ਇੱਕ ਇਨਸਾਨ ਨੂੰ ਪਤਾ ਉਸਦੀਆਂ ਜ਼ਰੂਰਤਾਂ ਕੀ ਨੇ, ਅਤੇ ਉਹ ਜ਼ਰੂਰਤਾਂ ਲਈ ਆਟੋਮੈਟਿਕਲੀ ਉਹਨਾਂ ਜੋ ਵਸਤੂਆਂ ਲੋੜ ਨੇ ਉਹਨਾਂ ਨੂੰ ਖਰੀਦ ਲੈਂਦਾ। ਬਹੁਤ ਸਾਰੀਆਂ ਵਸਤਾਂ ਜੇ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ, ਉਸ ਦਾ ਸਿੱਧਾ ਹੀ ਇੱਕ ਮਤਲਬ ਹੈਗਾ ਕਿ ਉਹਨਾਂ ਵਸਤੂਆਂ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ। ਜਿਸ ਵੀ ਚੀਜ਼ ਦੀ ਤੁਸੀਂ ਐਡਵਰਟਾਈਜ਼ਮੈਂਟ ਦੇਖਦੇ ਹੋ, ਉਸ ਦਾ ਇੱਕ ਸਿੱਧਾ ਮਤਲਬ ਹੈਗਾ ਕਿ ਤੁਹਾਨੂੰ ਉਹ ਜ਼ਰੂਰਤ ਨਹੀਂ ਹੈਗੀ। ਉਸ ਚੀਜ਼ ਨੂੰ ਬਸ ਬਣਾ ਦਿੱਤਾ ਗਿਆ ਇੱਕ ਪੈਸੇ ਨੂੰ ਜਨਰੇਟ ਕਰਨ ਲਈ, ਤੁਹਾਨੂੰ ਉਹ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਬਿਨਾਂ ਤੁਹਾਡੀ ਜ਼ਰੂਰਤ ਦੇ। ਅਤੇ ਇਨਸਾਨ ਦੇ ਵਿੱਚ ਇਸ ਦਾ ਬੜਾ ਇੱਕ ਗਲਤ ਇਫੈਕਟ ਆਉਂਦਾ। ਹਰ ਕੋਈ ਇਨਸਾਨ ਸੋਚਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਸਾਨੂੰ ਬੜੀ ਖੁਸ਼ੀ ਮਿਲੇਗੀ। ਜੇ ਕੋਈ ਇਨਸਾਨ ਕੋਲ ਪੈਸੇ ਹੈਗੇ ਠੀਕ ਹੈ, ਜਿਹਨਾਂ ਕੋਲ ਨਹੀਂ ਪੈਸੇ ਹੈਗੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਜਟਾਉਣਾ ਚਾਹੁੰਦੇ ਆ। ਆਪਣੀ ਜ਼ਿੰਦਗੀ ਦਾ ਬੜਾ ਸੁਨਹਿਰਾ ਸਮਾਂ ਉਸ ਪੈਸੇ ਕਮਾਉਣ ਦੀ ਦੌੜ ਵਿੱਚ ਲੱਗ ਜਾਂਦੇ ਆ, ਤਾਂ ਜੋ ਉਹਨਾਂ ਪ੍ਰੋਡਕਟ, ਉਹਨਾਂ ਚੀਜ਼ਾਂ ਨੂੰ ਖਰੀਦ ਸਕਣ। ਅਤੇ ਜਦੋਂ ਉਹ ਚੀਜ਼ ਨੂੰ ਖਰੀਦਦੇ ਹੈਗੇ ਆ, ਫਿਰ ਉਹਨਾਂ ਨੂੰ ਜਾ ਕੇ ਅਹਿਸਾਸ ਹੁੰਦਾ, ਕਿਉਂਕਿ ਸਾਡਾ ਬ੍ਰੇਨ ਦਾ ਕੰਮ ਕਰਨ ਦਾ ਸਿਸਟਮ ਵੀ ਇਸ ਤਰ੍ਹਾਂ ਦਾ ਹੈਗਾ। ਜਿੰਨਾ ਚਿਰ ਤੱਕ ਅਸੀਂ ਕੁਝ ਚੀਜ਼ਾਂ ਨੂੰ ਨਹੀਂ ਪ੍ਰਾਪਤ ਕਰਦੇ,
ਸਾਨੂੰ ਉਹਨਾਂ ਨੂੰ ਪ੍ਰਾਪਤ ਕਰਨ ਦੀ ਇੱਕ ਆਸ ਦੇ ਵਿੱਚ ਬੜੀ ਖੁਸ਼ੀ ਮਿਲਦੀ ਹੈ ਕਿ ਅਸੀਂ ਉਹਨਾਂ ਨੂੰ ਜਦੋਂ ਪ੍ਰਾਪਤ ਕਰਾਂਗੇ ਸ਼ਾਇਦ ਸਾਨੂੰ ਕਿੰਨੀ ਖੁਸ਼ੀ ਮਿਲੇਗੀ। ਸਾਰੀ ਖੁਸ਼ੀ ਦਾ ਚੱਕਰ ਹੈ ਇੰਨਾ ਹੀ ਹੈ, ਇੱਕ ਆਸ, ਇੱਕ ਭਰਮ। ਖੁਸ਼ੀ ਨੂੰ ਅਟੇਨ ਕਰਨ ਦਾ ਭਰਮ, ਉਹ ਅਸੀਂ ਭਰਮ ਦੇਖਦੇ ਕਿ ਲੋਕਾਂ ਨੂੰ ਉਸ ਜੋ ਫੇਕ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਨੇ ਵੀ ਅਸੀਂ ਇਹਨੂੰ ਯੂਜ਼ ਕਰਕੇ ਬੜੇ ਖੁਸ਼ ਹੈਗੇ ਆ। ਸੋ ਇਸ ਤਰੀਕੇ ਨਾਲ ਸਾਨੂੰ ਵੀ ਇੱਕ ਭਰਮ ਪੈਦਾ ਹੁੰਦਾ ਮਾਈਂਡ ਵਿੱਚ। ਉਸ ਭਰਮ ਦੇ ਵਿੱਚ ਸਾਨੂੰ ਬੜੀ ਖੁਸ਼ੀ ਮਿਲਦੀ ਹੈਗੀ ਹੈ, ਜਦ ਕਿ ਅਸੀਂ ਐਗਜ਼ੈਕਟ ਜਦੋਂ ਉਹਦਾ ਐਕਸਪੀਰੀਅੰਸ ਕਰਦੇ ਹਾਂ ਉਹਦਾ ਉਲਟਾ ਹੁੰਦਾ। ਸਾਇੰਟੀਫਿਕਲੀ ਵੀ ਇਹ ਪ੍ਰੂਵਨ ਹੈਗਾ ਕਿ ਸਾਨੂੰ ਖੁਸ਼ੀ ਬਿਲਕੁਲ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਤੋਂ ਐਗਜ਼ੈਕਟ ਪਹਿਲਾਂ ਹੀ ਸਾਰੀ ਮਿਲ ਜਾਂਦੀ ਹੈਗੀ ਹੈ। ਜਦੋਂ ਅਸੀਂ ਚੀਜ਼ ਨੂੰ ਪ੍ਰਾਪਤ ਕਰਦੇ ਹਾਂ ਸਾਡੀ ਖੁਸ਼ੀ ਦੀ ਉਦੋਂ ਹੀ ਗਿਰਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇੱਕ ਭਰਮ ਹੈਗਾ ਖੁਸ਼ੀ ਦਾ, ਜਿਸ ਕਰਕੇ ਜਿਸ ਭਰਮ ਦੇ ਵਿੱਚ ਦੁਨੀਆ ਦਾ ਹਰ ਇੱਕ ਸ਼ਖਸ ਜਿਹੜਾ ਹੈਗਾ ਉਹ ਗਵਾਚਿਆ ਹੋਇਆ। ਅਤੇ ਜਦੋਂ ਅਸੀਂ ਇਸ ਭਰਮ ਨੂੰ ਸਮਝ ਜਾਵਾਂਗੇ, ਸਾਡੀ ਜ਼ਿੰਦਗੀ ਦੀ ਜਿਹੜੀ ਬਹੁਤ ਫਾਲਤੂ ਦੌੜ ਆ, ਜਿਹੜੀ ਸਾਡੀ ਜ਼ਿੰਦਗੀ ਦਾ ਸਾਡਾ ਐਗਰੈਸ਼ਨ, ਟੈਨਸ਼ਨ, ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਲੱਗਾ ਹੋਇਆ ਜਿਨ੍ਹਾਂ ਨੂੰ ਪ੍ਰਾਪਤ ਕਰਨ ਵਿੱਚ ਸਾਨੂੰ ਕੋਈ ਸਾਰ ਨਹੀਂ ਮਿਲਣਾ, ਸਾਨੂੰ ਖੁਸ਼ੀ ਨਹੀਂ ਮਿਲਣੀ। ਅਤੇ ਜਿੰਨਾ ਚਿਰ ਤੱਕ ਅਸੀਂ ਉਹਨੂੰ ਸਮਝ ਨਹੀਂ ਲੈਂਦੇ, ਉਹਨੂੰ ਐਕਸਪੀਰੀਅੰਸ ਨਹੀਂ ਕਰਦੇ, ਉਹਨਾਂ ਚਿਰ ਤੱਕ ਅਸੀਂ ਮੰਨਦੇ ਨਹੀਂ ਹੈਗੇ। ਗੱਲ ਇਹੋ ਹੀ ਹੈਗੀ ਹੈ। ਅਤੇ ਜਿਹੜੇ ਲੋਕ ਉਹਨੂੰ ਐਕਸਪੀਰੀਅੰਸ ਕਰ ਲੈਂਦੇ ਆ, ਉਹ ਇੱਕ ਹੋਰ ਦੌੜ 'ਚ ਵੀ ਪੈ ਜਾਂਦੇ ਕਿ ਸ਼ਾਇਦ ਇਹ ਚੀਜ਼ ਇੰਨੀ ਪ੍ਰਾਪਤ ਕਰਕੇ ਮੈਨੂੰ ਖੁਸ਼ੀ ਨਹੀਂ ਮਿਲੀ, ਇਹ ਤੋਂ ਹੋਰ ਪ੍ਰਾਪਤ ਕਰਕੇ ਸ਼ਾਇਦ ਮੈਨੂੰ ਖੁਸ਼ੀ ਮਿਲੇ। ਫਿਰ ਅੱਗੇ ਜਾ ਕੇ ਲੱਗਦਾ ਕਿਤੇ ਹੋਰ ਪ੍ਰਾਪਤ ਕਰਕੇ ਮੈਨੂੰ ਖੁਸ਼ੀ ਲੱਗੇ। ਇਹ ਦੌੜ ਇੱਕ ਚੱਕਰ ਦੇ ਰੂਪ ਵਿੱਚ ਸਾਨੂੰ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਭਜਾਈ ਫਿਰਦੀ ਰਹਿੰਦੀ, ਸਾਡੀ ਜ਼ਿੰਦਗੀ ਸਮਾਪਤ ਹੋ ਜਾਂਦੀ ਹੈ। ਸੋ ਇਹ ਵਿਉਂ ਚੱਕਰ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ। ਸੋ ਇਸ ਚੀਜ਼ ਨੂੰ ਹਮੇਸ਼ਾ ਸਮਝਣਾ ਚਾਹੀਦਾ ਕਿ ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹਾਂ ਕਿ ਜਿਨ੍ਹਾਂ 'ਚੋਂ ਸਾਨੂੰ ਖੁਸ਼ੀ ਮਿਲੇਗੀ, ਸਾਨੂੰ ਉਹਨਾਂ ਤੋਂ ਖੁਸ਼ੀ ਨਹੀਂ ਮਿਲਦੀ, ਦੂਸਰੇ ਤੋਂ ਖੁਸ਼ੀ ਨਹੀਂ ਮਿਲਦੀ। ਖੁਸ਼ੀ ਤੁਹਾਡਾ ਸੁਭਾਅ ਆ, ਤੁਹਾਡੇ ਨੇਚਰ ਆ। ਜਦੋਂ ਤੁਸੀਂ ਇੱਕ ਜਗ੍ਹਾ ਦੇ ਉੱਪਰ ਟਿਕ ਕੇ ਬੈਠੋਗੇ, ਆਪਣਾ ਮਨ ਸ਼ਾਂਤ ਕਰੋਗੇ। ਟਿਕ ਕੇ ਬੈਠਣ ਦਾ ਮਤਲਬ ਹਰ ਜਗ੍ਹਾ ਇਹੋ ਹੀ ਹੈ ਕਿ ਆਪਣੇ ਮਨ ਨੂੰ ਸ਼ਾਂਤ ਕਰਨਾ। ਜਦੋਂ ਤੁਹਾਡਾ ਮਨ ਸ਼ਾਂਤ ਹੋਏਗਾ, ਇਹਨਾਂ ਵਿਚਾਰਾਂ ਤੋਂ ਰਹਿਤ ਹੋਏਗਾ, ਤਾਂ ਤੁਸੀਂ ਆਟੋਮੈਟਿਕਲੀ ਆਪਣੇ ਸੁਭਾਅ ਨੂੰ ਪਾ ਲਓਗੇ। ਅਤੇ ਇਹ ਸੁਭਾਅ ਹਰ ਇੱਕ ਦਾ ਰਾਈਟ ਹੈਗਾ। ਇਹ ਸੁਭਾਅ ਹਰ ਇੱਕ ਦਾ ਰਾਈਟ ਹੈਗਾ। ਇਸ ਨੂੰ ਪਾਉਣਾ ਨਹੀਂ ਹੈਗਾ, ਸਿਰਫ ਆਪਣੇ ਆਪ 'ਚ ਟਿਕ ਕੇ ਬੈਠਣਾ ਹੀ ਹੈਗਾ। ਕਿਉਂਕਿ ਉਹ ਚੀਜ਼ ਨੂੰ ਪਾਇਆ ਜਾਂਦਾ ਜੋ ਤੁਹਾਡੇ ਸੁਭਾਅ ਤੋਂ ਬਾਹਰ ਹੋਵੇ। ਜੋ ਤੁਹਾਡੇ ਸੁਭਾਅ ਦੇ ਅੰਦਰ ਆ ਚੀਜ਼, ਉਹਨੂੰ ਪਾਇਆ ਨਹੀਂ ਜਾਂਦਾ। ਸੋ ਹਮੇਸ਼ਾ ਹੀ ਇਹ ਤੁਹਾਡਾ ਸਭ ਤੋਂ ਬੇਸਿਕ ਸੁਭਾਅ ਆ। ਸੁਭਾਵਾਂ ਦੇ ਸਭ ਤੋਂ ਜਿਹੜਾ ਕੋਰ ਦੇ ਵਿੱਚ ਸੁਭਾਅ ਇਹ ਵਾਲਾ ਹੈਗਾ। ਉੱਪਰ ਅਸੀਂ ਬੜੇ ਜਿਹੜੇ ਆਰਟੀਫਿਸ਼ੀਅਲ ਸੁਭਾਵਾਂ ਦੇ ਨਕਾਬ ਪਾਏ ਹੁੰਦੇ ਆ। ਜਦੋਂ ਅਸੀਂ ਆਪਣੇ ਆਪ ਦੇ ਵਿੱਚ ਕੁਝ ਆਪਣੇ ਮਨ 'ਚ ਟਿਕਾਓ ਪੈਦਾ ਕਰਦੇ ਹਾਂ, ਪਹਿਲਾਂ ਇਹਨੂੰ ਸਮਝ ਨੂੰ ਪੈਦਾ ਕਰਦੇ ਹਾਂ, ਫਿਰ ਇੱਕ ਵਿਸ਼ਵਾਸ ਰੱਖਦੇ ਹਾਂ ਇਸ ਗੱਲ ਦੇ ਉੱਪਰ ਕਿ ਸਾਡਾ ਇੱਕ ਸੁਭਾਅ ਹੈਗਾ। ਅਤੇ ਫਿਰ ਜਦੋਂ ਥੋੜ੍ਹੀ ਜਿਹੀ ਪ੍ਰੈਕਟਿਸ ਕਰਦੇ ਹਾਂ ਤਾਂ ਸਾਨੂੰ ਆਟੋਮੈਟਿਕਲੀ ਇਸ ਚੀਜ਼ ਦੇ ਵਿੱਚ ਗਿਆਨ, ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਟਿਕ ਕੇ ਬੈਠਣਾ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਇਸ ਟਿਕਾਅ ਦੇ ਵਿੱਚ ਅੱਛਾ ਲੱਗਦਾ ਅਤੇ ਫਿਰ ਅਸੀਂ ਉਸ ਸੁਭਾਅ ਨੂੰ ਸਮਝ ਸਕਦੇ ਹਾਂ। ਸੋ ਇਹ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਜੇ ਨਹੀਂ ਸਮਝ ਹੈਗੀ ਕਿ ਵਿਸ਼ਵਾਸ ਜ਼ਰੂਰ ਰੱਖਣਾ ਚਾਹੀਦਾ ਹੈਗਾ ਕਿ ਸਾਨੂੰ ਖੁਸ਼ੀ ਦੂਸਰੀ ਚੀਜ਼ਾਂ ਤੋਂ ਨਹੀਂ ਮਿਲਦੀ। ਉਸ ਦਾ ਇੱਕ ਐਕਸਪੈਰੀਮੈਂਟ ਵੀ ਕਰ ਲੈਣਾ ਚਾਹੀਦਾ ਕਿ ਜਦੋਂ ਵੀ ਚੀਜ਼ਾਂ ਨੂੰ ਤੁਸੀਂ ਸੋਚਦੇ ਸੀਗੇ ਮੈਨੂੰ ਪਾ ਕੇ ਖੁਸ਼ੀ ਮਿਲੇਗੀ, ਕਿ ਜਦੋਂ ਤੁਸੀਂ ਉਹਨਾਂ ਨੂੰ ਪਾਉਂਦੇ ਹੋ ਤੁਹਾਨੂੰ ਖੁਸ਼ੀ ਮਿਲਦੀ ਹੈ ਜੋ ਸੋਚ ਕੇ ਤੁਸੀਂ ਉਹਨਾਂ ਚੀਜ਼ਾਂ ਨੂੰ ਪਾਈ ਹੋਏਗੀ। ਜੇ ਤੁਸੀਂ ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ ਸਮਝੋਗੇ ਨਾ ਤਾਂ ਤੁਹਾਡਾ ਆਨਸਰ ਤੁਹਾਨੂੰ ਖੁਦ ਹੀ ਮਿਲ ਜਾਏਗਾ। ਤੁਹਾਨੂੰ ਕਿਸੇ ਨੂੰ ਤੁਹਾਨੂੰ ਸਮਝਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਣੀ। ਤੇ ਬਹੁਤ ਸਾਰੇ ਜਿਹੜੇ ਲੋਕ ਆ, ਉਹਨਾਂ ਦੀ ਹੈਪੀਨੈਸ ਦੀ ਧਾਰਨਾ ਜਿਹੜੀ ਹੈਗੀ ਹੈ, ਉਹਨਾਂ ਦੀ ਹੈਪੀਨੈਸ ਦੀ ਧਾਰਨਾ ਹੈ ਉਹ ਦੂਜੇ ਨੂੰ ਦੇਖ ਕੇ ਬਣਦੀ ਹੈ। ਅਸੀਂ ਦੂਸਰੇ ਲੋਕਾਂ ਨੂੰ ਇੱਕ ਜ਼ਿੰਦਗੀ ਜੀਂਦੇ ਦੇਖਦੇ ਹਾਂ। ਸਿਆਣਿਆਂ ਦੀ ਇੱਕ ਬਹੁਤ ਸੋਹਣੀ ਕਹਾਵਤ ਹੈ, ਦੂਰ ਦੇ ਢੋਲ ਹਮੇਸ਼ਾ ਸੁਹਾਵਣੇ ਲੱਗਦੇ ਆ, ਚੰਗੇ ਲੱਗਦੇ ਆ। ਜਦੋਂ ਤੁਸੀਂ ਉਹਨਾਂ ਦੇ ਕਰੀਬ ਜਾਂਦੇ ਹੋ, ਅਸਲੀਅਤ ਤੁਹਾਨੂੰ ਉਸ ਟਾਈਮ ਹੀ ਨਜ਼ਰ ਆਉਂਦੀ ਹੈ। ਹਰ ਕੋਈ ਇਨਸਾਨ ਦੂਸਰੇ ਦੀ ਲਾਈਫ ਨੂੰ ਬੜੀ ਉਮੰਗ ਦੇ ਨਾਲ, ਬੜੇ ਚਾਅ ਦੇ ਨਾਲ ਦੇਖਦਾ ਕਿ ਉਹ ਇਨਸਾਨ ਬਹੁਤ ਸੋਹਣੀ ਜਿਹੜੀ ਹੈਗੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਿਤਾ ਰਿਹਾ। ਸਾਨੂੰ ਲੱਗਦਾ ਸਾਡੇ ਤੋਂ ਵਧੀਆ ਜ਼ਿੰਦਗੀ ਸਾਡੇ ਗੁਆਂਢੀ ਬਿਤਾ ਰਹੇ ਨੇ, ਜਿਨ੍ਹਾਂ ਦੇ ਅਸੀਂ ਐਕਟਰਾਂ ਦੀਆਂ ਅਸੀਂ ਨਾਟਕ ਦੇਖਦੇ ਹਾਂ ਜਾਂ ਕੁਛ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਪਾਪੂਲਰ ਨੂੰ ਦੇਖਦੇ ਹਾਂ, ਸਟਾਰਸ ਨੂੰ ਦੇਖਦੇ ਹਾਂ, ਸਾਨੂੰ ਲੱਗਦਾ ਉਹਨਾਂ ਦੀ ਜ਼ਿੰਦਗੀ ਬੜੀ ਚਕਾਚੌਂਧ ਹੈਗੀ ਹੈ, ਜ਼ਿੰਦਗੀ ਬਹੁਤ ਸੋਹਣੀ ਹੈਗੀ ਹੈ। ਅਤੇ ਜਦੋਂ ਉਹਨਾਂ ਦੀ ਜ਼ਿੰਦਗੀ ਨੂੰ ਦੇਖਦੇ ਹਾਂ ਸਾਨੂੰ ਆਪਣੀ ਜ਼ਿੰਦਗੀ ਛੋਟੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਇੱਕ ਬਹੁਤ ਵੱਡੀ ਵਜ੍ਹਾ। ਅਤੇ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਸਾਡੇ ਕੋਲ ਓਨਾ ਕੁਛ ਹੈ ਨਹੀਂ ਹੈ ਜਿੰਨਾ ਕੁਛ ਉਹਨਾਂ ਕੋਲ ਹੈਗਾ, ਅਤੇ ਉਹਨਾਂ ਦੀ ਜ਼ਿੰਦਗੀ, ਸਾਡੀ ਜ਼ਿੰਦਗੀ ਬੜੀ ਛੋਟੀ ਹੈਗੀ ਹੈ। ਸਾਨੂੰ ਉਹ ਖੁਸ਼ੀ ਨਹੀਂ ਮਿਲ ਰਹੀ ਜਿੰਨਾ ਉਹ ਐਸ਼ੋ ਆਰਾਮ ਜ਼ਿੰਦਗੀ ਜੀ ਰਹੇ ਨੇ। ਸੋ ਹਰ ਸਮਾਜ ਦੇ ਵਿੱਚ ਹਰ ਲੋਕੀ ਆਪਣੇ ਉੱਪਰ ਦੇਖ ਕੇ ਜ਼ਿੰਦਗੀ ਜੀਣਾ
ਜੀਂਦੇ ਨੇ ਤੇ ਇਸੇ ਵਜ੍ਹਾ ਨਾਲ ਉਹ ਜਦੋਂ ਉੱਪਰ ਨੂੰ ਵੇਖੋਗੇ ਆਪਣਾ ਆਪ ਹਮੇਸ਼ਾ ਹੀ ਛੋਟਾ ਲੱਗਣਾ ਸ਼ੁਰੂ ਹੋ ਜਾਂਦਾ। ਸਿਆਣੇ ਕਹਿੰਦੇ ਹਮੇਸ਼ਾ ਤੁਸੀਂ ਹੇਠਾਂ ਨੂੰ ਦੇਖ ਕੇ ਜ਼ਿੰਦਗੀ ਜੀਓਗੇ ਤੁਹਾਨੂੰ ਆਪਣਾ ਆਪ ਹਮੇਸ਼ਾ ਉੱਚਾ ਲੱਗਦਾ। ਸੋ ਹਮੇਸ਼ਾ ਇਹ ਇੱਕ ਬੜਾ ਤਗੜਾ ਭਰਮ ਆ। ਇਹ ਸਿਰਫ ਐਵੇਂ ਨਹੀਂ ਗੱਲ ਕਹੀ ਗਈ ਵੀ ਤੁਹਾਨੂੰ ਤੁਹਾਡਾ ਦਿਲ ਰੱਖਣ ਲਈ, ਲੋਕਾਂ ਦਾ ਦਿਲ ਰੱਖਣ ਦੇ ਲਈ, ਇਹ ਸੱਚਾਈ ਹੈ। ਹਰ ਇੱਕ ਇਨਸਾਨ ਨੂੰ ਖੁਦ ਦੀ ਜ਼ਿੰਦਗੀ, ਜਿਸ ਇਨਸਾਨ ਦੀ ਜ਼ਿੰਦਗੀ ਤੁਹਾਨੂੰ ਅੱਛੀ ਲੱਗਦੀ ਪਈ ਹੈ ਉਸ ਇਨਸਾਨ ਨੂੰ ਵੀ ਆਪਣੀ ਜ਼ਿੰਦਗੀ ਅੱਛੀ ਨਹੀਂ ਲੱਗਦੀ ਪਈ, ਕਿਉਂਕਿ ਸੇਮ ਸੁਭਾਅ ਉਹਦਾ ਵੀ ਹੈ। ਉਹ ਵੀ ਆਪਣੇ ਤੋਂ ਉੱਪਰ ਦੇਖ ਰਿਹਾ। ਜੇ ਤੁਸੀਂ ਉਹਨੂੰ ਦੇਖ ਰਹੇ ਹੋ, ਉਹ ਆਪਣੇ ਤੋਂ ਉੱਪਰ ਕਈ ਹੋਰ ਲੋਕਾਂ ਨੂੰ ਦੇਖ ਰਿਹਾ। ਸੋ ਇਹੋ ਹੀ ਇੱਕ ਚੱਕਰ ਹਰ ਇੱਕ ਇਨਸਾਨ ਦਾ ਹੈਗਾ ਤੇ ਹਰ ਇੱਕ ਇਨਸਾਨ ਇੱਕ ਸੇਮ ਖੁਸ਼ੀ ਨੂੰ ਮਾਣਦਾ, ਇੱਕ ਸੇਮ ਸਟੇਟ ਆਫ ਮਾਈਂਡ ਦੇ ਵਿੱਚ ਰਹਿ ਸਕਦਾ। ਚਾਹੇ ਪੈਸੇ ਘੱਟ ਨੇ, ਚਾਹੇ ਪੈਸੇ ਵੱਧ ਨੇ, ਇਹਦਾ ਬਹੁਤਾ ਫਰਕ ਨਹੀਂ ਪੈਂਦਾ ਜੇ ਉਹ ਆਪਣੇ ਨੇਚਰ ਨੂੰ ਸਮਝ ਲਵੇ। ਇਹ ਬਹੁਤ ਸਾਰੇ ਜਿਹੜੇ ਹੈਗੇ ਅਮੀਰ ਲੋਕੀ ਦੇਖੋਗੇ, ਉਹ ਖੁਦ ਬਹੁਤ ਸਾਰੀਆਂ ਗਲਤ ਆਦਤਾਂ ਦੇ ਵਿੱਚ ਪਏ ਹੁੰਦੇ ਆ ਤੇ ਗਲਤ ਆਦਤਾਂ ਦੇ ਵਿੱਚ ਇਨਸਾਨ ਉਹ ਹੀ ਪੈਂਦਾ ਜਿਸ ਦੇ ਅੰਦਰ ਖਾਲੀਪਨ ਹੋਵੇ। ਤੇ ਬਹੁਤ ਸਾਰਾ ਜਿਹੜਾ ਅਮੀਰ ਆਦਮੀ ਹੈਗਾ ਉਹ ਅੰਦਰੋਂ ਬਹੁਤ ਸਾਰਾ ਖਾਲੀਪਨ ਮਹਿਸੂਸ ਕਰਦਾ, ਇਸੇ ਕਰਕੇ ਉਸ ਦੀ ਜਿਹੜੀ ਹੈਗੀ ਹੈ ਖਾਲੀਪਨ ਬਹੁਤ ਵੱਡਾ ਹੁੰਦਾ। ਤੇ ਜਿਹੜਾ ਘੱਟ ਪੈਸੇ ਕਮਾਉਣ ਵਾਲਾ ਇਨਸਾਨ, ਉਹਦਾ ਖਾਲੀਪਨ ਇੰਨਾ ਵੱਡਾ ਨਹੀਂ ਹੁੰਦਾ। ਸੋ ਇਸੇ ਕਰਕੇ ਉਹ ਅਮੀਰ ਆਦਮੀ ਉਸ ਪੈਸੇ ਨੂੰ ਬਹੁਤ ਸਾਰਾ ਕਮਾ ਕੇ ਆਪਣੇ ਉਸ ਖਾਲੀਪਨ ਨੂੰ ਭਰਨ ਦੀ ਕੋਸ਼ਿਸ਼ ਕਰਦਾ। ਸ਼ਾਇਦ ਇਸ ਰੂਪ ਵਿੱਚ ਅਜੇ ਇਹ ਗੱਲ ਜ਼ਿਆਦਾ ਪਚੇ ਨਾ, ਪਰ ਜਿਹੜੀ ਖੁਸ਼ੀ ਹੈ, ਖੁਸ਼ੀ ਬਹੁਤ ਸਾਰੇ ਪੈਸੇ ਨਾਲ ਕਦੀ ਵੀ ਨਹੀਂ ਅਟਰੈਕਟ ਹੁੰਦੀ। ਸਾਨੂੰ ਲੱਗਦਾ ਕਿ ਜ਼ਿੰਦਗੀ ਪੈਸੇ, ਧਨ ਦੌਲਤ, ਕੋਠੀਆਂ ਕਾਰਾਂ ਜਾਂ ਹੋਰ ਕਿਸੇ ਚੀਜ਼ ਨਾਲ ਐਸ਼ੋ ਆਰਾਮ ਦੇ ਨਾਲ ਚੱਲਦੀ ਹੈ। ਸਾਨੂੰ ਅੱਛਾ ਲੱਗੇਗਾ ਜਦੋਂ ਸਾਨੂੰ ਉਹ ਚੀਜ਼ ਮਿਲੇਗੀ, ਲੇਕਿਨ ਅਜਿਹਾ ਕਦੀ ਵੀ ਨਹੀਂ ਹੁੰਦਾ। ਹੈਪੀਨੈਸ, ਹਰ ਕੋਈ ਇਨਸਾਨ ਹੈਪੀਨੈਸ ਨੂੰ ਪਾ ਸਕਦਾ। ਜਿਹੜੀ ਸਾਡੀ ਮਨ ਦੀ ਦੌੜ ਆ, ਇਹੋ ਹੀ ਸਾਨੂੰ ਤਣਾਵਗ੍ਰਸਤ ਬਣਾਉਂਦੀ ਹੈ, ਇਹੋ ਹੀ ਸਾਨੂੰ ਟੈਨਸ਼ਨਾਂ 'ਚ ਪਾਉਂਦੀ ਹੈ। ਚਾਹੇ ਇਨਸਾਨ ਕੋਲ ਪੈਸੇ ਘੱਟ ਨੇ, ਚਾਹੇ ਵੱਧ ਨੇ, ਉਹਦਾ ਇੰਨਾ ਫਰਕ ਨਹੀਂ ਪੈਂਦਾ। ਜਿੰਨਾ ਤੁਹਾਡਾ ਦਿਮਾਗ ਦੌੜ ਰਿਹਾ ਤੁਸੀਂ ਉਨੇ ਹੀ ਦੁਖੀ ਹੋ। ਜਿੰਨਾ ਤੁਹਾਡਾ ਮਨ ਤੁਹਾਡਾ ਦਿਮਾਗ ਘੱਟ ਦੌੜ ਰਿਹਾ ਤੁਸੀਂ ਉਨੇ ਘੱਟ ਦੁਖੀ ਹੋ। ਜੇ ਤੁਹਾਡਾ ਮਨ ਰੁਕ ਗਿਆ, ਦੌੜ ਤੋਂ ਬਾਹਰ ਆ ਗਿਆ, ਤੁਸੀਂ ਸੁਖੀ ਹੋ। ਤੇ ਬਹੁਤ ਸਾਰੇ ਇਹ ਚਾਂਸਸ ਜ਼ਿਆਦਾ ਨੇ ਕਿ ਜਿਸ ਇਨਸਾਨ ਨੇ ਬਹੁਤ ਸਾਰਾ ਆਪਣਾ ਪੈਰ ਫਸਾਰੇ ਹੁੰਦੇ ਆ, ਬਹੁਤ ਜ਼ਿਆਦਾ ਬਿਜ਼ਨਸ ਦੇ ਵਿੱਚ ਜਾਂ ਇਹਨਾਂ ਸ਼ੋਹਰਤਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਗੁਜ਼ਰੀ ਹੁੰਦੀ, ਉਹਨਾਂ ਦੇ ਦਿਮਾਗ 'ਚ ਦੌੜ ਬਹੁਤ ਜ਼ਿਆਦਾ ਹੁੰਦੀ ਹੈ। ਸੋ ਉਹ ਕਦੀ ਵੀ ਜਿਹੜਾ ਇਨਸਾਨ ਦੇ ਦਿਮਾਗ ਵਿੱਚ ਜਿੰਨੀ ਲੰਬੀ ਦੌੜ ਆ, ਉਨਾ ਹੀ ਜ਼ਿਆਦਾ ਉਹ ਇਨਸਾਨ ਜਿਹੜਾ ਹੈਗਾ ਉਹ ਦੁਖੀ ਹੁੰਦਾ, ਉਹ ਸੁਖੀ ਨਹੀਂ ਹੁੰਦਾ। ਤੇ ਜਿਹੜੇ ਨਸ਼ੀਲੇ ਦਰਵ ਪਦਾਰਥ ਨੇ, ਇਹ ਜ਼ਿਆਦਾ ਪੈਸੇ ਵਾਲੇ ਲੋਕੀ ਜ਼ਿਆਦਾ ਇਸ ਨੂੰ ਵਰਤਦੇ ਨੇ ਤੇ ਇਹਦੀ ਵਰਤੋਂ ਦਾ ਸਿੱਧਾ ਹੀ ਇੱਕ ਸਾਈਨ ਹੈ ਇਨਸਾਨ ਸੁਖੀ ਨਹੀਂ ਹੈ, ਕਿਉਂਕਿ ਉਹ ਇਸ ਦਿਮਾਗ ਨੂੰ, ਜਿਹਦੀ ਦੌੜ ਨੂੰ ਉਹ ਰੋਕਣਾ ਚਾਹੁੰਦਾ। ਦੇਖੋ ਜਿਹੜੇ ਦਰਵ, ਜਿਹੜੇ ਇਦਾਂ ਦੇ ਕੋਈ ਕਰਦੇ ਨੇ, ਕੋਈ ਨਸ਼ੇ ਕਰਦੇ ਨੇ, ਉਹਨਾਂ ਦੀ ਸਭ ਤੋਂ ਵੱਡਾ ਨਸ਼ੇ ਦਾ ਫਰਕ ਕੀ ਹੈ ਕਿ ਦਿਮਾਗ ਨੂੰ ਸਲੋ ਕਰਨਾ, ਰੋਕਣਾ। ਉਸੇ ਰੁਕ ਨੂੰ ਤੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਨਾ। ਸੋ ਬ੍ਰੇਨ ਨੂੰ ਇੱਕ ਮੂਮੈਂਟ ਦੇ ਉੱਪਰ ਸਟੇਬਲ ਕਰ ਲੈਣਾ, ਰੋਕ ਲੈਣਾ, ਇਹੋ ਹੀ ਖੁਸ਼ੀ ਦਾ ਅਸਲ ਦੇ ਵਿੱਚ ਮਤਲਬ ਹੁੰਦਾ। ਸੋ ਸਾਨੂੰ ਖੁਸ਼ ਰਹਿਣ ਦੇ ਲਈ ਕੁਝ ਕਰਨ ਦੀ ਲੋੜ ਨਹੀਂ ਹੈ, ਨਾ ਸਾਨੂੰ ਚੀਜ਼ਾਂ ਦੀ ਜ਼ਿਆਦਾ ਲੋੜ ਹੈਗੀ ਹੈ। ਜ਼ਰੂਰਤਾਂ ਦੀ ਲੋੜ ਆ, ਜੋ ਤੁਹਾਡੀ ਜ਼ਰੂਰਤਾਂ ਉਹ ਪੂਰੀਆਂ ਕਰੋ, ਉਸ ਤੋਂ ਜ਼ਿਆਦਾ ਨਹੀਂ। ਜੇ ਤੁਹਾਨੂੰ ਭੁੱਖ ਲੱਗੀ ਹੈ ਤੇ ਤੁਹਾਨੂੰ ਭੁੱਖ ਨੂੰ ਸ਼ਾਂਤ ਕਰਨ ਲਈ ਖਾਣਾ ਖਾਣ ਦੀ ਜ਼ਰੂਰਤ ਹੈਗੀ, ਖਾਓ। ਪਰ ਜੇ ਤੁਸੀਂ ਸੋਚਦੇ ਹੋ ਕਿ ਮੈਂ ਬਹੁਤ ਮਹਿੰਗੇ ਹੋਟਲ ਦੇ ਵਿੱਚ, 5 ਸਟਾਰ ਹੋਟਲ 'ਚ, 7 ਸਟਾਰ ਹੋਟਲ 'ਚ ਜਾ ਕੇ ਖਾਊਂਗਾ, ਮੈਨੂੰ ਬਹੁਤ ਅੱਛਾ ਲੱਗੇਗਾ, ਅਜਿਹੀ ਕੋਈ ਗੱਲ ਨਹੀਂ। ਜੇ ਉਹ ਅੱਛਾ ਲੱਗ ਵੀ ਰਿਹਾ ਤੇ ਤੁਹਾਡਾ ਇੱਕ ਜੋ ਭਰਮ ਆ, ਉਹ ਤੁਹਾਡਾ ਭਰਮ ਤੁਹਾਨੂੰ ਖੁਸ਼ੀ ਦੇ ਰਿਹਾ। ਖਾਣਾ ਤਾਂ ਤੁਹਾਡਾ ਉਹੀ ਹੈਗਾ, ਠੀਕ ਹੈ। ਜਿੰਨਾ ਤੁਸੀਂ ਸਾਦਾ ਵਧੀਆ ਭੋਜਨ ਖਾਂਦੇ ਹੋ, ਤੁਹਾਨੂੰ ਵਧੀਆ ਤਰੀਕੇ ਨਾਲ ਤ੍ਰਿਪਤ ਕਰਦਾ, ਅਜਿਹੀ ਕੋਈ ਗੱਲ ਨਹੀਂ। ਇੱਕ ਤੁਹਾਡਾ ਅਹਿਸਾਸ, ਤੁਹਾਡਾ ਜਿਹੜਾ ਮਨ 'ਚ ਭਰਮ ਬਣਿਆ ਹੁੰਦਾ, ਉਹ ਸਾਨੂੰ ਇੱਕ ਝੂਠੀ ਖੁਸ਼ੀ ਦਾ ਅਹਿਸਾਸ ਦਿੰਦਾ, ਉਹ ਜ਼ਿਆਦਾ ਲੰਬੀ ਨਹੀਂ ਟਿਕਦੀ ਹੈਗੀ। ਸੋ ਜ਼ਰੂਰਤਾਂ ਨੂੰ ਪੂਰੀਆਂ ਜ਼ਰੂਰ ਕਰਨਾ ਚਾਹੀਦਾ। ਉਸ ਤੋਂ ਇਲਾਵਾ ਜੇ ਸਾਡੇ ਮਨ ਦੇ ਵਿੱਚ ਖੁਸ਼ੀ ਦੀ ਇੱਕ ਪਾਉਣ ਦੀ ਇੱਕ ਸਮਝ ਹੈ, ਅਸੀਂ ਖੁਸ਼ੀ ਪਾਉਣਾ ਚਾਹੁੰਦੇ ਹਾਂ, ਤਾਂ ਉਹ ਸਿਰਫ ਇਹੋ ਸਮਝ ਲੈਣਾ ਜ਼ਰੂਰੀ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਮਨ ਵਿੱਚ ਸੱਚੀ ਇਹਦੀ ਸਮਝ ਹੈਗੀ ਹੈ ਕਿ ਮੈਂ ਸ਼ਾਂਤ ਕਿਉਂ ਨਹੀਂ ਹੋ ਰਿਹਾ, ਮੈਂ ਖੁਸ਼ੀ ਕਿਉਂ ਨਹੀਂ ਪਾ ਰਿਹਾ, ਸਭ ਕੁਝ ਹੋਣ ਦੇ ਬਾਵਜੂਦ ਮੇਰੇ ਮਨ 'ਚ ਬੇਚੈਨੀ ਕਿਉਂ ਆ। ਉਸ ਦਾ ਇੱਕੋ ਹੀ ਗੱਲ ਹੈਗੀ ਹੈ ਕਿ ਸਾਡੀ ਸਮਝ ਜਿਹੜੀ ਹੈਗੀ ਹੈ ਉਹਦੇ ਵਿੱਚ ਉਹ ਗੱਲ ਨਹੀਂ ਆ ਰਹੀ ਕਿ ਖੁਸ਼ੀ ਹੈ ਕੀ ਹੈਗੀ ਹੈ। ਅਸੀਂ ਸਮਾਜ ਵਿੱਚ ਇਹ ਸਮਝ ਲਿਆ ਕਿ ਇਹ ਭੱਜ ਦੌੜ ਸਾਡੀ ਖੁਸ਼ੀ ਸੀ, ਨਹੀਂ ਸੀ ਹੈਗੀ। ਸਭ ਕੁਝ ਪਾਉਣ ਦੇ ਬਾਵਜੂਦ ਇਹ ਭੱਜ ਦੌੜ ਮੁੱਕਦੀ ਕਿਉਂ ਨਹੀਂ? ਕਿਉਂਕਿ ਸਾਡੀ ਆਦਤ ਬਣ ਗਈ ਆ। ਸਾਡਾ ਜਿਹੜਾ ਦਿਮਾਗ ਆ ਉਹ ਆਦਤਾਂ ਦਾ ਪੁਤਲਾ, ਹੋਰ ਕੁਝ ਨਹੀਂ ਹੈਗਾ। ਜੋ ਵੀ ਤੁਸੀਂ ਡੇ ਬਾਏ ਡੇ ਕੰਮ ਕਰਦੇ ਪਏ ਹੋ, ਉਹ ਤੁਹਾਡੀ ਆਦਤ ਦੇ ਰੂਪ ਵਿੱਚ ਰਿਕਾਰਡ ਹੋ ਜਾਂਦਾ, ਉਹ ਆਟੋਮੇਸ਼ਨ 'ਤੇ ਚਲੇ ਜਾਂਦਾ।
ਅਸੀਂ 10-15 ਸਾਲ ਜਿਹੜਾ ਕੰਮ ਕੀਤਾ ਹੁੰਦਾ ਉਹ ਯਕਦਮ ਸਟੋਪ ਨਹੀਂ ਹੁੰਦਾ। ਇਹ ਇਸੇ ਤਰੀਕੇ ਨਾਲ ਇੱਕ ਰੇਸ ਦੇ ਵਿੱਚ ਕਾਰ ਚੱਲ ਰਹੀ ਹੋਵੇ, ਇੱਕ 100 ਦੀ ਸਪੀਡ 'ਤੇ ਕਾਰ ਚੱਲ ਰਹੀ ਹੋਵੇ, ਤੁਸੀਂ ਸੋਚੋ ਕਿ ਹੁਣੇ ਬ੍ਰੇਕ ਮਾਰਨਾ ਨਹੀਂ, ਉਸ ਨੂੰ ਰੁਕਦੇ ਰੁਕਦੇ ਬਹੁਤ ਸਮਾਂ ਲੱਗਦਾ। ਸੋ ਆਦਤਾਂ ਹੁੰਦੀਆਂ ਨੇ, ਆਦਤਾਂ ਨਾਲ ਅਸੀਂ ਪੂਰੀ ਜ਼ਿੰਦਗੀ ਨੂੰ ਭਰਿਆ ਹੁੰਦਾ। ਅਤੇ ਜਦੋਂ ਤੁਸੀਂ ਇਸ ਚੀਜ਼ ਨੂੰ ਸਮਝੋਗੇ ਕਿ ਜਿਹੜੀ ਹੈਗੀ ਸਾਡੀ ਦੌੜ ਜਿਹੜੀ ਹੈਗੀ ਹੈ, ਖੁਸ਼ੀ ਦੀ ਦੌੜ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਹੈ, ਇਸ ਨੂੰ ਸਮਝਣ ਦੇ ਬਾਵਜੂਦ ਵੀ ਇੱਕ ਬ੍ਰੇਕ ਦੀ ਤਰ੍ਹਾਂ ਕੰਮ ਕਰੇਗੀ। ਇਸ ਸਮਝ ਦੇ ਬਾਵਜੂਦ ਵੀ ਉਹ ਤੁਹਾਡੀਆਂ ਆਦਤਾਂ ਨੂੰ ਥੰਮਦੇ ਇੱਕ ਟਾਈਮ ਲੱਗੇਗਾ। 1 ਮਿੰਟ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਨਹੀਂ ਅਟੇਨ ਨਹੀਂ ਕਰ ਪਾਓਗੇ, ਕਿਉਂਕਿ ਇੱਕ ਸਪੀਡ 'ਤੇ ਚੱਲ ਰਹੇ ਹੋ ਨਾ। ਜੇ ਕੋਈ ਕਾਰ ਬਹੁਤ ਸਲੋ ਸਪੀਡ 'ਤੇ ਚੱਲ ਰਹੀ ਤਾਂ ਰੁਕੀ ਜਾ ਸਕਦੀ ਹੈ। ਜਦੋਂ ਕਾਰ ਬਹੁਤ ਸਪੀਡ 'ਤੇ ਚੱਲਦੀ ਹੈ, ਉਹਨੂੰ ਜ਼ਿਆਦਾ ਜਲਦੀ ਰੋਕਿਆ ਨਹੀਂ ਜਾ ਸਕਦਾ। ਸੋ ਆਸ ਕਰਦਾ ਕਿ ਇਸ ਮੇਰੀ ਟਾਕ ਤੋਂ ਕੁਛ ਨਾ ਕੁਛ ਸਮਝਣ ਨੂੰ ਜ਼ਰੂਰ ਮਿਲਿਆ ਹੋਵੇਗਾ। ਧੰਨਵਾਦ ਜੀ।